ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੰਥਕ ਸਫਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਸਾਰੀ ਚਰਚਾ ਚੱਲ ਰਹੀ ਹੈ ਤੇ ਇੱਕ ਖਾਸ ਵਿਚਾਰ ਹੋਰ ਕਿ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਹੀ ਇਹਨਾਂ ਚੋਣਾਂ ਦੇ ਵਿੱਚ ਆਸਾਨੀ ਦੇ ਨਾਲ ਜਿੱਤ ਪ੍ਰਾਪਤ ਕਰੇਗਾ। ਕਿਵੇਂ, ਇਸ ਬਾਰੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਹਨ। ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ SS ਸਰਾਓ ਨੂੰ ਗੁਰਦੁਆਰਾ ਚੀਫ ਕਮਿਸ਼ਨਰ ਚੋਣਾਂ ਨਿਯੁਕਤ ਕਰਨ ਤੋਂ ਬਾਅਦ ਪੰਥਕ ਧਿਰਾਂ ਨੇ ਇਹਨਾਂ ਚੋਣਾਂ ਵਾਸਤੇ ਕਮਰ ਕੱਸੇ ਕਰ ਲਏ ਹਨ। ਪਿਛਲੀ ਵਾਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਖੀਰਲੀ ਵਾਰ ਚੋਣ ਹੋਈ ਸੀ ਉਹ 18 ਸਤੰਬਰ 2011 ਨੂੰ ਹੋਈ ਸੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਨਾਲ ਭਾਈਵਾਲ ਸੰਤ ਸਮਾਜ ਨੇ 170 ਸੀਟਾਂ ਦੇ ਵਿੱਚੋਂ 157 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਸੀ। 2003 ਦੇ ਵਿੱਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਲਿਆਂਦਾ ਗਿਆ ਕਿ ਜਿਹੜੇ ਸਹਿਜਧਾਰੀ ਹਨ ਉਹ ਵੋਟ ਪਾਉਣ ਦੇ ਹੱਕ ਨਹੀਂ ਰੱਖਦੇ, ਤਾਂ ਉਹਦੇ ਸਬੰਧ ਵਿੱਚ ਸਹਿਜਧਾਰੀ ਸਿੱਖ ਇੱਕ ਸੰਸਥਾ ਵੱਲੋਂ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਸੀ ਜੋ ਲਗਾਤਾਰ ਚੱਲ ਰਿਹਾ ਸੀ ਤੇ ਅਖੀਰ ਦੇ ਉੱਤੇ ਕੇਂਦਰ ਸਰਕਾਰ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੇ ਵਿੱਚ ਭਾਈਵਾਲ ਸੀ, ਸੋ ਕੇਂਦਰ ਸਰਕਾਰ ਨੇ 26 ਅਪ੍ਰੈਲ 2016 ਨੂੰ ਪਾਰਲੀਮੈਂਟ ਦੇ ਵਿੱਚ ਜੋ SGPC ਗੁਰਦੁਆਰਾ ਐਕਟ ਹੈ ਉਹਦੇ ਵਿੱਚ ਸੋਧ ਕਰ ਦਿੱਤੀ ਤੇ ਇਹ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਿ ਜਿਹੜਾ ਸਹਿਜਧਾਰੀ ਸਿੱਖ ਹੈ ਉਸ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ, ਸੋ ਉਸ ਨੂੰ ਇਸ ਅਧਿਕਾਰ ਤੋਂ ਵਾਂਝਿਆ ਕਰ ਦਿੱਤਾ ਗਿਆ। ਇਹਦੇ ਨਾਲ ਹੀ ਇੱਕ ਹੋਰ ਵੀ ਚੋਣਾਂ ਦੇ ਵਿੱਚ ਰੁਕਾਵਟ ਇਹ ਖੜੀ ਹੋ ਰਹੀ ਹੈ ਕਿ ਹਰਿਆਣੇ ਦੇ ਵਿੱਚ ਉੱਥੋਂ ਦੇ ਸਿੱਖਾਂ ਨੇ ਵੀ ਇੱਕ ਅਡਹਾਕ ਕਮੇਟੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਬੰਧਕ ਕਮੇਟੀ ਦੇ ਵਿੱਚੋਂ ਉਹਨਾਂ ਨੇ ਬਣਾ ਲਈ ਹੈ ਤੇ ਉਹਦੇ ਉੱਤੇ ਵੀ ਅਦਾਲਤ ਦੇ ਵਿੱਚ ਸਟੇ ਅਤੇ ਨਾਲ ਕੇਸ ਚੱਲ ਰਿਹਾ ਹੈ। ਇੱਕ ਤਾਂ ਇਹ ਵੀ ਅੜਚਨ ਹੋ ਸਕਦੀ ਹੈ। ਗੁਰਦੁਆਰਾ ਚੀਫ ਕਮਿਸ਼ਨਰ ਦੀ ਨਿਯੁਕਤੀ ਦੇ ਨਾਲ ਹੀ ਬਹੁਤ ਸਾਰੀਆਂ ਜਥੇਬੰਦੀਆਂ, ਧੜੇਬੰਦੀਆਂ ਅਤੇ ਪੰਥਕ ਸ਼ਖਸੀਅਤਾਂ ਇਹਨਾਂ ਚੋਣਾਂ ਲਈ ਸਰਗਰਮ ਹੋ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਵੱਲੋਂ ਬਹੁਤ ਸਾਰੇ ਫੈਸਲੇ ਜਿਹੜੇ ਕਿ ਪਾਰਦਰਸ਼ੀ ਢੰਗ ਦੇ ਨਾਲ ਸੰਗਤਾਂ ਦੇ ਵਿੱਚ ਨਹੀਂ ਰੱਖੇ ਗਏ, ਖਾਸ ਕਰਕੇ ਸਿਰਸਾ ਸਾਧ ਨੂੰ ਕਦੀ ਮਾਫੀ ਦੇ ਦੇਣੀ ਤੇ ਕਦੀ ਉਹ ਹੁਕਮਨਾਮਾ ਫੇਰ ਵਾਪਸ ਲੈ ਲੈਣਾ, ਨਾਨਕਸ਼ਾਹੀ ਕੈਲੰਡਰ, ਸਿੱਖ ਰਹਿਤ ਮਰਜ਼ਾਦਾ ਅਤੇ ਹੁਣ ਇੱਕ ਨਵਾਂ ਮਸਲਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਇਸ ਪ੍ਰਬੰਧ ਦੇ ਵਿੱਚੋਂ ਲਾਪਤਾ ਹੋ ਜਾਣੇ ਤੇ ਉਹਦੀ ਵੀ ਪਾਰਦਰਸ਼ੀ ਢੰਗ ਦੇ ਨਾਲ ਕੋਈ ਕਾਨੂੰਨਨ ਕਾਰਵਾਈ ਨਾ ਹੋਣੀ। ਇਸ ਕਾਰਨ ਜਿੰਨੀਆਂ ਵੀ ਪੰਥਕ ਸਭਾ ਹਨ ਉਹਨਾਂ ਦੇ ਅੰਦਰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਇਹਨਾਂ ਦੋਵਾਂ ਸੰਸਥਾਵਾਂ ਪ੍ਰਤੀ ਬਹੁਤ ਸਾਰੀ ਨਾਰਾਜ਼ਗੀ ਹੈ, ਬੇਭਰੋਸਗੀ ਹੈ ਅਤੇ ਗੁੱਸਾ ਹੈ। ਇਸੇ ਕਾਰਨ ਹੀ ਬਾਕੀ ਜਿੰਨੇ ਸੱਜਣ ਹਨ, ਧੜੇ ਹਨ, ਉਹ ਸਾਰੇ ਚਾਹੁੰਦੇ ਹਨ ਕਿ ਕਾਬਜ਼ ਧੜੇ ਦਾ ਕੋਈ ਬਦਲ ਜਿਹੜਾ ਉਹ ਦਿੱਤਾ ਜਾ ਸਕੇ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਇਸ ਜਥੇਬੰਦੀ ਦੇ ਉੱਤੇ ਕਾਬਜ਼ ਹੈ, ਧਾਵੀ ਹੈ, ਉਹਨਾਂ ਦਾ ਪ੍ਰਬੰਧ ਹੈ। ਤੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰੇਗਾ। ਕਈਆਂ ਨੂੰ ਹੋ ਸਕਦਾ ਇਹ ਗੱਲ ਚੰਗੀ ਨਾ ਲੱਗੇ, ਪਰ ਜਦੋਂ ਥੋੜ੍ਹੀ ਜਿਹੀ ਅਸੀਂ ਉੱਪਰਲੀ ਨਜ਼ਰ ਨਾਲ ਹੀ ਵੇਖਾਂਗੇ ਤੇ ਇਹ ਮਸਲਾ ਆਪਣੇ ਆਪ ਹੀ ਸਾਡੇ ਸਾਹਮਣੇ ਬਿਲਕੁਲ ਸਾਫ਼ ਹੋ ਜਾਵੇਗਾ। ਤੇ ਬਹੁਤ ਸਾਰੀਆਂ ਜਥੇਬੰਦੀਆਂ ਹਨ, ਉਹਨਾਂ ਦੇ ਵਿੱਚੋਂ ਮੈਂ ਕੁਝ ਨਾਮ ਤੁਹਾਡੇ ਸਾਹਮਣੇ ਰੱਖ ਦਿੰਦਾ ਹਾਂ ਜਿਹੜੀਆਂ ਇਹਨਾਂ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਦੇ ਚਾਹਵਾਨ ਹਨ, ਜਿਨ੍ਹਾਂ ਵਿੱਚੋਂ ਪਹਿਲੇ ਨੰਬਰ 'ਤੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲੀ ਹੈ, ਦੂਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸ ਨੂੰ ਕਿ ਸਿਮਰਜੀਤ ਸਿੰਘ ਮਾਨ ਵਾਲਾ ਦਲ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਜਿਹੜੇ ਬੈਂਸ ਭਰਾ ਹਨ ਲੁਧਿਆਣੇ ਤੋਂ, ਕਿਉਂਕਿ ਉਹਨਾਂ ਦੇ ਭਾਈ ਸਾਹਿਬ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਇਸ ਤੋਂ ਇਲਾਵਾ ਸੰਤ ਸਮਾਜ ਆ, ਸੰਤ ਸਮਾਜ ਵੀ ਦੋ ਧੜਿਆਂ ਦੇ ਵਿੱਚ ਵੰਡਿਆ ਜਾ ਚੁੱਕਾ। ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਚੱਲ ਰਿਹਾ, ਅੱਧਾ ਕੁ ਜਿਹੜਾ ਹੈ ਉਹਦੇ ਵਿੱਚ ਵੀ ਵਖਰੇਵੇਂ ਆ। ਕੁਝ ਸੱਜਣ ਜਿਹੜੇ ਆ ਉਹ ਹੁਣ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਉਹਨਾਂ ਦੇ ਨਾਲ ਚੱਲ ਰਿਹਾ। ਤੇ ਪੰਜਵਾਂ ਇਸੇ ਤਰ੍ਹਾਂ ਹੀ ਪੰਥਕ ਅਕਾਲੀ ਲਹਿਰ
ਜਿਹਨੂੰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਉਹ ਅਗਵਾਈ ਦੇ ਰਹੇ ਨੇ, ਉਹ ਇਹਦੇ ਪ੍ਰਧਾਨ ਨੇ। ਸੋ ਇਹ ਵੀ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਪ੍ਰਸਾਰ ਕਰ ਰਹੇ ਆ। ਇਸ ਤੋਂ ਇਲਾਵਾ ਅਕਾਲੀ ਦਲ ਡੈਮੋਕ੍ਰੈਟਿਕ, ਜਿਸ ਨੂੰ ਕਿ ਢੀਂਡਸਾ ਗਰੁੱਪ ਵੀ ਕਿਹਾ ਜਾਂਦਾ, ਸੇਖਵਾਂ ਗਰੁੱਪ ਵੀ ਕਿਹਾ ਜਾਂਦਾ। ਇਸ ਤੋਂ ਇਲਾਵਾ 7 ਨੰਬਰ ਤੇ ਮੈਂ ਜ਼ਿਕਰ ਕਰਾਂ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਧੜਾ ਵੀ ਇਹ ਚੋਣਾਂ ਦੇ ਵਿੱਚ ਆਪਣੇ ਜਿਹੜੇ ਵਿਅਕਤੀ ਆ ਉਹ ਖੜੇ ਕਰਨ ਦਾ ਚਾਹਵਾਨ ਆ। ਇਸ ਤੋਂ ਇਲਾਵਾ ਇਹ 8 ਨੰਬਰ ਤੇ ਮੈਂ ਗਣਾਵਾਂ ਸਿੱਖ ਤਾਲਮੇਲ ਸੰਗਠਨ, ਜਿਹਦੇ ਵਿੱਚ ਬਹੁਤ ਸਾਰੀਆਂ ਛੋਟੀਆਂ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ, ਇਹ ਇੱਕ ਸਮੂਹ ਹੈ। ਇਹਨਾਂ ਦੇ ਵਿੱਚੋਂ ਵੀ ਇਹ ਵੀ ਚਾਹਵਾਨ ਨੇ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਪ੍ਰਬੰਧ ਦੇ ਵਿੱਚ ਬਦਲਾਅ ਆਉਣਾ ਚਾਹੀਦਾ। ਇਸੇ ਤਰ੍ਹਾਂ ਇੱਕ ਹੋਰ ਸੱਜਣ ਆ, ਬੇਸ਼ੱਕ ਇਹਨਾਂ ਦੇ ਨਾਲ ਅਜੇ ਵੱਡੀ ਗਿਣਤੀ ਦੇ ਵਿੱਚ ਸੰਗਤ ਨਹੀਂ, ਪਰ ਇਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪਿਛਲੀ ਵਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈ ਚੁੱਕੇ ਆ ਸਿੱਖ ਸਦਭਾਵਨਾ ਦਲ, ਜਿਸ ਨੂੰ ਕਿ ਭਾਈ ਬਲਦੇਵ ਸਿੰਘ ਜੀ ਵਡਾਲਾ ਜਿਹੜੇ ਕੀਰਤਨੀਏ ਹਨ ਉਹ ਚਲਾ ਰਹੇ ਹਨ। ਇਸ ਤੋਂ ਇਲਾਵਾ ਜੇ ਵੇਖਿਆ ਜਾਵੇ ਤੇ ਇਹਨਾਂ ਚੋਣਾਂ ਦੇ ਵਿੱਚ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਹੁੰਦੇ ਹਨ ਤੇ ਕੁਝ ਇਹਨਾਂ ਰਵਾਇਤੀ ਪਾਰਟੀਆਂ ਦੇ ਵਿੱਚੋਂ ਵੀ, ਖਾਸ ਕਰਕੇ ਅਕਾਲੀ ਦਲ ਦੇ ਵਿੱਚੋਂ ਵੀ ਕਈ ਨਾਰਾਜ਼ ਹੋ ਕੇ ਤੇ ਬਾਗੀ ਜਿਹੜੇ ਉਮੀਦਵਾਰ ਖੜੇ ਹੋ ਜਾਂਦੇ ਹਨ। ਤੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਜਦੋਂ ਇੰਨੇ ਵਿਅਕਤੀ ਸਾਡੇ ਸਾਹਮਣੇ, ਇੰਨੀਆਂ ਧੜੇਬੰਦੀਆਂ ਤੇ ਇੰਨੀਆਂ ਜਥੇਬੰਦੀਆਂ ਆਪਣੇ ਉਮੀਦਵਾਰ ਖੜੇ ਕਰਨਗੀਆਂ ਤਾਂ ਉਹਨਾਂ ਦੇ ਮੁਕਾਬਲੇ ਤੇ ਜਿਹੜਾ ਅਕਾਲੀ ਦਲ ਬਾਦਲ ਹੈ ਉਹਦੇ ਉਮੀਦਵਾਰ ਨੂੰ ਜਿਹੜੀ ਜਿੱਤ ਆ ਉਹ ਬੜੀ ਆਸਾਨੀ ਦੇ ਨਾਲ ਮਿਲ ਜਾਵੇਗੀ। ਉਹਦੇ ਵਾਸਤੇ ਜੇ ਸੌਖੀ ਜੀ ਉਦਾਹਰਨ ਸਮਝਣੀ ਹੋਵੇ, ਮੰਨ ਲਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਹਲਕੇ ਦੇ ਵਿੱਚ 100 ਵੋਟਰ ਹਨ। ਪਹਿਲਾਂ ਤਾਂ 100% ਵੋਟ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਪੈਂਦੀ ਸੀ। ਮੰਨ ਲਿਆ ਜਾਵੇ ਕਿ ਜੇਕਰ ਕਿਸੇ ਨਾਰਾਜ਼ਗੀ ਦੇ ਕਾਰਨ ਉਹਨਾਂ ਦੀਆਂ ਵੋਟਾਂ ਅੱਧੀਆਂ ਵੀ ਟੁੱਟ ਜਾਣ, 100 ਦੇ ਵਿੱਚੋਂ 50 ਵੀ ਰਹਿ ਜਾਣ, ਤੇ ਬਾਕੀ ਜਿਹੜੇ ਉਹਨਾਂ ਦੇ ਮੁਕਾਬਲੇ ਤੇ ਖੜੇ ਕੀਤੇ ਗਏ ਉਮੀਦਵਾਰ ਉਹ 10 ਬਚਦੇ ਆ, ਤੇ 10 ਨੂੰ ਬਹੁਤੀਆਂ ਨਹੀਂ ਤੇ 5-5 ਵੋਟਾਂ ਵੀ ਵੰਡੀਏ ਤੇ 50 ਵੋਟਾਂ ਹੁੰਦੀਆਂ ਨੇ, ਤੇ ਇਹਨਾਂ ਨੂੰ 5-5 ਵੋਟਾਂ ਪਈਆਂ ਤੇ ਉਸ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਇਕੱਲੇ ਨੂੰ 50 ਪੈ ਗਈਆਂ। ਇਸ ਕਰਕੇ ਉਹ ਬੜਾ ਆਸਾਨੀ ਦੇ ਨਾਲ ਉਮੀਦਵਾਰ ਜਿਹੜਾ ਹੈ ਉਹ ਜਿੱਤ ਜਾਵੇਗਾ। ਜਿੰਨੇ ਹੀ ਇਹ ਧੜੇ ਆਪੋ ਆਪਣੇ ਉਮੀਦਵਾਰ ਵਾਸਤੇ ਜਦੋਜਹਿਦ ਕਰਨਗੇ, ਜਿੰਨੀ ਜ਼ਿਆਦਾ ਮਿਹਨਤ ਕਰਨਗੇ, ਜ਼ੋਰ ਲਾਉਣਗੇ, ਓਨਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਘੱਟ ਮਿਹਨਤ ਕਰਨ ਦੀ ਲੋੜ ਆ। ਉਹ ਬੜਾ ਆਸਾਨੀ ਦੇ ਨਾਲ ਜਿੱਤ ਹਾਸਲ ਕਰ ਜਾਵੇਗਾ ਜੇ ਸਾਰੇ ਹੀ ਇਹ ਉਮੀਦਵਾਰ ਇਸੇ ਤਰ੍ਹਾਂ ਮੈਦਾਨ ਦੇ ਵਿੱਚ ਡਟੇ ਰਹਿੰਦੇ ਹਨ। ਕਿਉਂਕਿ ਇੱਕ ਹੋਰ ਵੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਧਾਰ ਹੈ, ਪਸਾਰਾ ਕਹਿ ਸਕਦੇ ਹਾਂ, ਨੈਟਵਰਕ ਕਿਹਾ ਜਾ ਸਕਦਾ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੈ। ਚਾਹੇ ਪ੍ਰਧਾਨ ਹੋਵੇ, ਉਪ ਪ੍ਰਧਾਨ ਹੋਵੇ, ਬੀਬੀਆਂ ਵਾਲਾ ਇੱਕ ਉਹਨਾਂ ਨੇ ਪਾਸਾ ਰੱਖਿਆ। ਇਸ ਤੋਂ ਇਲਾਵਾ ਜਾਤਾਂ, ਬਰਾਦਰੀਆਂ ਤੇ ਗੋਤਾਂ ਦੇ ਉੱਤੇ ਵੀ ਬਹੁਤ ਸਾਰੇ ਪ੍ਰਧਾਨ ਬਣੇ ਆ, ਬਲਾਕਾਂ ਦੇ ਪੱਧਰ ਤੇ ਵੀ, ਤੇ ਫਿਰ ਪਿੰਡਾਂ ਦੇ ਪੱਧਰ ਦੇ ਉੱਤੇ ਵੀ ਕਿਸੇ ਨੂੰ ਜਥੇਦਾਰ ਬਣਾਇਆ, ਕਿਸੇ ਨੂੰ ਮੀਤ ਪ੍ਰਧਾਨ ਬਣਾਇਆ, ਕਿਸੇ ਨੂੰ ਸਕੱਤਰ ਬਣਾਇਆ। ਤੇ ਇਸ ਤਰ੍ਹਾਂ ਕਰਕੇ ਉਹਨਾਂ ਦਾ ਜਿਹੜਾ ਪਸਾਰਾ ਹੈ, ਨੈਟਵਰਕ ਆ, ਉਹ ਬਹੁਤ ਦੂਰ ਤੱਕ ਫੈਲਿਆ ਹੋਇਆ। ਤੇ ਇਹਦੇ ਮੁਕਾਬਲੇ ਦੂਸਰਿਆਂ ਦੇ ਕੋਲ ਜਿਹੜੇ ਨਵੇਂ ਉਮੀਦਵਾਰ ਅਸੀਂ ਕਹਿ ਰਹੇ ਹਾਂ, ਉਹਨਾਂ ਕੋਲ ਨਾ ਤਾਂ ਜ਼ਿਆਦਾ ਸਾਧਨ ਹਨ, ਨਾ ਧਨ ਦੌਲਤ ਹੈ, ਤੇ ਨਾ ਬਹੁਤੇ ਉਹਨਾਂ ਦੇ ਵਿੱਚੋਂ ਜਾਣੇ ਪਹਿਚਾਣੇ ਚਿਹਰੇ ਹਨ। ਕਿਉਂਕਿ ਐਸੇ ਵੀ ਇਹਨਾਂ ਵਿੱਚ ਧੜੇ ਹਨ ਕਿ ਜਿਹੜੇ ਜਥੇਬੰਦੀਆਂ ਅਜੇ ਉਮੀਦਵਾਰ ਭਾਲ ਰਹੀਆਂ ਨੇ ਕਿ ਉਹ ਉਮੀਦਵਾਰ ਲੱਭੇ ਜਾਣ ਜਿਨ੍ਹਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਖੜਾ ਕੀਤਾ ਜਾ ਸਕੇ। ਤੇ ਜਿਹੜਾ ਸੱਜਣ ਪਿੰਡ ਦਾ ਸਰਪੰਚ ਬਣਨ ਦੀ ਸਮਰੱਥਾ ਨਹੀਂ ਰੱਖਦਾ, ਤੇ ਮਾਫੀ ਚਾਹਾਂਗਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਕਿਵੇਂ ਚੁਣਿਆ ਜਾ ਸਕਦਾ। ਕਿਉਂਕਿ ਜੇ ਇੱਕ ਹਲਕੇ ਦੇ ਵਿੱਚ 30 ਪਿੰਡ ਆਉਂਦੇ ਨੇ ਤਾਂ ਘੱਟੋ ਘੱਟ 15 ਜਾਂ 20 ਪੰਚਾਇਤਾਂ ਨੂੰ ਜੇ ਕੋਈ ਵਿਅਕਤੀ ਜਾਣਦਾ, ਤਾਲਮੇਲ ਹੈ, ਤਾਂ ਹੀ ਉਸ ਨੂੰ ਕੋਈ ਵੋਟ ਪੈ ਸਕਦੀ ਹੈ। ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਵੀ ਹੈ, ਸਾਧਨ ਵੀ ਨੇ, ਤੇ ਖਾਸ ਕਰਕੇ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਹਿੰਮਤ ਮਿਲਦੀ ਆ, ਉਹ ਮਿਲਦੀ ਆ ਜਿਹੜੇ MP ਹਨ, ਉਹਨਾਂ ਦੇ MLA ਹਨ। ਕਿਉਂਕਿ ਲੋਕਾਂ ਦੀਆਂ ਬਹੁਤ ਸਾਰੀਆਂ ਸਥਾਨਕ ਪੱਧਰ ਤੇ ਗਰਜਾਂ ਹੁੰਦੀਆਂ ਹਨ, ਉਹ ਲੋਕ ਇਹਨਾਂ ਨਾਲ ਜੁੜੇ ਹੁੰਦੇ ਹਨ। ਤੇ ਦੂਸਰੇ ਪਾਸੇ ਜਿਹੜੇ ਨਰੋਲ ਧਾਰਮਿਕ ਵਿਚਾਰਾਂ ਵਾਲੇ ਆ, ਜਿਹੜੇ ਥਾਣਿਆਂ ਦੇ ਵਿੱਚ ਸ਼ਰਾਬ ਵਾਸਤੇ ਨਹੀਂ ਜਾ ਸਕਦੇ, ਕਿਸੇ ਦੀ ਕੁੰਡੀ ਫੜੀ ਗਈ
ਤੇ ਉਹਦੇ ਵਾਸਤੇ ਉਹ ਪਿੱਛੇ ਨਹੀਂ ਜਾਣਗੇ ਤਾਂ ਜਿਹੜੇ ਆਮ ਲੋਕ ਨੇ ਉਹ ਇਹਨਾਂ ਸੱਜਣਾਂ ਨੂੰ ਵੋਟ ਕਿਵੇਂ ਪਾਉਣਗੇ। ਇੱਕ ਤਾਂ ਇਹਨਾਂ ਸੱਜਣਾਂ ਨੇ ਬਹੁਤੀ ਮਿਹਨਤ ਨਹੀਂ ਕੀਤੀ ਹੁੰਦੀ, ਕੋਈ ਵਿਰਲੇ ਟਾਵੇਂ ਸੱਜਣ ਹੋਣਗੇ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਨਾਮ ਬਣਾਇਆ ਹੈ, ਥਾਂ ਬਣਾਇਆ, ਜਾਂ ਇਵੇਂ ਕਹਿ ਲਿਆ ਜਾਵੇ ਕਿ ਪੈਸੇ ਤੇ ਦੂਜੀ ਥਾਵਾਂ ਤੇ ਜੇ ਉਹਦੇ ਕੋਲ ਬਹੁਤ ਜ਼ਿਆਦਾ ਇਮਾਨਦਾਰੀ ਹੈ ਤੇ ਉਹ ਧਰਮੀ ਪੁਰਖ ਹੈ ਤੇ ਉਸ ਇਲਾਕੇ ਦੇ ਵਿੱਚ, ਕਿਉਂਕਿ ਕਈ ਸਾਲ ਜੇ ਉਸ ਨੂੰ ਵਿਚਰਦਿਆਂ ਹੋ ਗਏ, ਦੁੱਖ ਸੁੱਖ ਦੇ ਵਿੱਚ ਉਹ ਸਹਾਈ ਹੁੰਦਾ ਹੈ, ਤਾਂ ਫਿਰ ਉਸ ਦੇ ਮੁਕਾਬਲੇ ਇਮਾਨਦਾਰੀ ਜਿਹੜੀ ਹੈ ਉਹ ਜਿੰਦਾ ਹੋ ਸਕਦੀ ਹੈ, ਉਹ ਉਸ ਨੂੰ ਵੋਟਾਂ ਪੈ ਸਕਦੀਆਂ ਨੇ, ਉਹ ਉਮੀਦਵਾਰ ਜਿਹੜਾ ਹੈ ਉਹ ਚੋਣ ਦੇ ਵਿੱਚ ਫਤਿਹ ਹਾਸਲ ਕਰ ਸਕਦਾ ਹੈ। ਸੋ ਮੈਂ ਅਖੀਰ ਤੇ ਇਹੋ ਬੇਨਤੀ ਕਰਾਂਗਾ ਕਿ ਜਿਹੜੇ ਪੰਥਕ ਦਲ ਅਖਵਾਉਂਦੇ ਹਨ ਆਪਣੇ ਆਪ ਨੂੰ, ਬੇਸ਼ੱਕ ਉਹ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਦੇ ਨਾਮ ਤੇ ਵੀ ਹੋ ਸਕਦੇ ਨੇ, ਉਹਨਾਂ ਦਾ ਜ਼ਿਕਰ ਵੀ ਬਹੁਤ ਕਰਨਗੇ, ਪੁਰਾਣੀਆਂ ਪੰਥਕ ਸ਼ਖਸੀਅਤਾਂ ਦਾ, ਹਸਤੀਆਂ ਦਾ, ਪਰ ਉਹਨਾਂ ਵਿੱਚ ਸ਼ਾਇਦ ਗੁਣ ਨਹੀਂ ਹਨ। ਉਹਨਾਂ ਨੇ ਆਪਣਾ ਅਜੇ ਕੱਦ ਉੱਚਾ ਨਹੀਂ ਕੀਤਾ। ਇਸ ਕਰਕੇ ਲੋੜ ਹੈ ਕਿ ਜੇ ਇੱਕ ਪਾਸੇ 10 ਖਲੋਤੇ ਹਨ ਤੇ ਇੱਕ ਪਾਸੇ ਇਕੱਲਾ ਹੈ ਤੇ ਉਸੇ ਦੀ ਹੀ ਜਿੱਤ ਹੋਏਗੀ। ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਕਿ ਗੁਰਦੁਆਰਾ ਪ੍ਰਬੰਧ ਦੇ ਵਿੱਚ ਸੁਧਾਰ ਹੋਵੇ, ਅਕਾਲ ਤਖਤ ਸਾਹਿਬ ਜਿਹੜੀ ਸੰਸਥਾ ਹੈ ਉਹ ਇੱਕ ਆਜ਼ਾਦ ਕਰਾ ਸਕੀਏ, ਤਾਂ ਉਹਦੇ ਵਾਸਤੇ ਇਹ ਜਿਹੜੇ ਛੋਟੇ ਛੋਟੇ ਦਲ ਹਨ ਆਪਣੀ ਹਉਮੈ ਹੰਕਾਰ ਨੂੰ ਛੱਡ ਕੇ ਤੇ ਬੜੇ ਇਮਾਨਦਾਰੀ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਇੱਕ ਉਮੀਦਵਾਰ ਨੂੰ ਜੇਕਰ ਸਮਰਥਨ ਦਿੱਤਾ ਜਾਵੇ, ਅੱਗੇ ਲਿਆਂਦਾ ਜਾਵੇ, ਉਹਦੇ ਵਾਸਤੇ ਜ਼ੋਰ ਲਗਾਇਆ ਜਾਵੇ, ਤਾਂ ਸ਼ਾਇਦ ਹੋ ਸਕਦਾ ਹੈ ਕਿ ਉਹ ਸੱਜਣ ਜਿਹੜੇ ਆ ਉਹ ਜਿੱਤ ਸਕਣ। ਤਾਂ ਇਸ ਰੌਲੇ ਗੋਲੇ ਦੇ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਸਿਰਸੇ ਵਾਲਾ ਤੇ ਹੁਣ ਆ ਨਵਾਂ ਮਸਲਾ, ਹੋ ਸਕਦਾ ਕੋਈ 15-20 ਜਿਹੜੇ ਉਮੀਦਵਾਰ ਉਹ ਜਿੱਤ ਵੀ ਜਾਣ। ਜਿਵੇਂ ਖਾਸ ਕਰਕੇ ਸੁਖਦੇਵ ਸਿੰਘ ਢੀਂਡਸਾ ਦਾ ਗਰੁੱਪ ਹੈ, ਉਹਦੇ ਨਾਲ ਕਿਹਾ ਜਾਂਦਾ ਹੈ ਕਿ 13-14 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਪਰ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਜਦੋਂ ਉਹ ਜਿੱਤੇ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਝੰਡੇ ਦੇ ਇਸ ਚੋਣ ਨਿਸ਼ਾਨ ਦੇ ਉੱਤੇ ਹੀ ਜਿੱਤੇ ਸਨ। ਹੁਣ ਜਦੋਂ ਉਹਨਾਂ ਦੇ ਮੁਕਾਬਲੇ ਦੂਸਰੇ ਖੜੇ ਹੋਣਗੇ ਤਾਂ ਉਹਨਾਂ ਦਾ ਜਿੱਤਣਾ ਜਿਹੜਾ ਉਹ ਇੰਨਾ ਆਸਾਨ ਨਹੀਂ ਹੋਏਗਾ। ਸੋ ਇਹ ਜਿੰਨੀਆਂ ਵੀ ਧਿਰਾਂ, ਛੋਟੀਆਂ ਜਾਂ ਵੱਡੀਆਂ, ਚਾਹੇ ਪੰਥਕ ਚਾਹੇ ਸਿਆਸੀ ਨੇ, ਸਾਰਿਆਂ ਨੂੰ ਮਿਲ ਬੈਠ ਕੇ ਤੇ ਪੰਥ ਦੇ ਭਲੇ ਵਾਸਤੇ ਏਕਤਾ ਬਹੁਤ ਜ਼ਰੂਰੀ ਹੈ। ਆਪਣੇ ਧੜੇ ਛੱਡ ਕੇ ਤੇ ਏਕੇ ਵਾਸਤੇ ਜੇਕਰ ਕੰਮ ਕੀਤਾ ਜਾ ਸਕੇ ਤਾਂ ਫਿਰ ਹੋ ਸਕਦਾ ਕੋਈ ਪ੍ਰਾਪਤੀ ਜਿਹੜੀ ਆ ਉਹ ਸਾਡੇ ਪੱਲੇ ਪੈ ਸਕਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।